ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰਪਾਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਵਿਚਾਰ ਹਰ ਰੋਜ਼ ਸੁਣਦਾ ਹਾਂ। ਅੱਜ ਮੈਂ ਫੇਸਬੁੱਕ ਤੇ ਇੱਕ ਫੋਟੋ ਵੇਖ ਰਿਹਾ ਸੀ। ਇਹ ਫੋਟੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਾਰੇ ਲੋਕਾਂ ਨੂੰ ਇਸ ਸੱਚਾਈ ਬਾਰੇ ਦੱਸ ਸਕੋ ਕਿ ਇਹ ਬਾਦਲ ਗੱਦਾਰ ਟੱਬਰ ਸਿੱਖ ਕੌਮ ਨਾਲ ਕਿਸ ਤਰ੍ਹਾਂ ਗੱਦਾਰੀ ਕਰ ਰਿਹਾ ਹੈ। ਕਿਰਪਾ ਕਰਕੇ ਮੇਰੀ ਈਮੇਲ ਦਾ ਜਵਾਬ ਜ਼ਰੂਰ ਦੇਣਾ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰਪਾਲ ਸਿੰਘ ਜੀ ਵੀਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ ਜਿਸ ਇਸ਼ੂ ਦਾ ਜ਼ਿਕਰ ਕੀਤਾ ਔਰ ਜਿਹਦੇ ਨਾਲ ਸੰਬੰਧਿਤ ਫੋਟੋ ਜਿਹੜੀ ਉਹਨਾਂ ਨੇ ਭੇਜੀ ਹੈ, ਬਹੁਤ ਜਲਦੀ ਸਾਡੇ ਟੈਕਨੀਕਲ ਟੀਮ ਉਹਨੂੰ ਸਕਰੀਨ ਤੇ ਲਿਆਏਗੀ ਜੀ। ਇਸ ਮੁੱਦੇ ਦੇ ਉੱਤੇ ਅਸੀਂ ਕੱਲ੍ਹ ਹੀ ਬੜੇ ਵੇਰਵੇ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਉਹਨਾਂ ਦੀ ਪ੍ਰੈਸ ਕਾਨਫਰੰਸ ਸ਼ਸ਼ੀ ਕਾਂਤ ਜੀ ਦਾ ਉਹਨਾਂ ਦਾ ਜ਼ਿਕਰ ਆਇਆ ਸੀ ਜੀ। ਔਰ ਅੱਜ ਦੇ TV 84 ਨਿਊਜ਼ 'ਚ ਸ਼ਸ਼ੀ ਕਾਂਤ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਵੀ ਹੋਏਗੀ ਔਰ ਮੈਂ ਚਾਹਾਂਗਾ ਕਿ ਵਿਊਜ਼ ਉਹਨੂੰ ਜ਼ਰੂਰ ਦੇਖਣ ਜੀ ਕਿਉਂਕਿ ਜ਼ਾਹਰ ਹੈ ਵੀ ਇਹ ਜੋ ਜਿਵੇਂ ਸ਼ਸ਼ੀ ਕਾਂਤ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕਿਵੇਂ 2007 ਦੇ ਵਿੱਚ ਜਦੋਂ ਕਿ ਉਹ ਇੰਟੈਲੀਜੈਂਸ ਦੇ ਜਿਹੜੇ ਨੇ DGP ਸੀ ਜੀ ਕਿ ਸੁਖਬੀਰ ਬਾਦਲ 2007 ਦੀਆਂ ਚੋਣਾਂ ਤੋਂ ਬਾਅਦ ਦਾ ਜ਼ਿਕਰ ਹੈ ਵੀ ਉਹਨੂੰ ਸੁਖਬੀਰ ਬਾਦਲ ਨੇ ਸੱਦਿਆ ਔਰ ਉਹਨੂੰ ਕਿਹਾ ਵੀ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਦੇ ਜਿਹੜੇ ਫਾਲੋਅਰ ਨੇ ਸੌਦਾ ਸਾਹਿਬ ਦੇ ਉਹਨੂੰ ਪ੍ਰੇਮੀ ਕਹਿੰਦੇ ਨੇ ਕਿ ਪ੍ਰੇਮੀਆਂ ਦੀ ਲਿਸਟ ਬਣਾਓ ਜੀ ਕਿਉਂਕਿ ਉਹਨਾਂ ਚੋਣਾਂ ਦੇ ਵਿੱਚ ਵੋਟਾਂ ਉਹਨਾਂ ਨੇ ਕਾਂਗਰਸ ਨੂੰ ਪਾਈਆਂ ਸੀ ਔਰ ਜ਼ਾਹਰ ਹੈ ਕਿ 14-15 ਸੀਟਾਂ ਮਾਲਵੇ ਦੀਆਂ ਅਕਾਲੀਆਂ ਨੇ ਲੂਜ਼ ਕੀਤੀਆਂ ਸੀ ਕਿਉਂਕਿ ਜਨਸੰਘੀ ਲੈ ਗਏ ਸੀ BJP ਵਾਲੇ 17-18 ਸੀਟਾਂ ਐਵੇਂ ਸਰਕਾਰ ਇਹਨਾਂ ਦੀ ਬਣ ਗਈ ਸੀ। ਸੋ ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਜਿਹੜਾ ਚੋਲਾ ਭੇਜਿਆ ਜਿਹਨੂੰ ਉਹਨੂੰ ਪਾ ਕੇ ਆਪਣਾ ਡਰਾਮਾ ਕੀਤਾ ਸਲਾਵਤਪੁਰ ਡੇਰੇ 'ਚ ਜੀ ਬਾਟਾ ਕਿ ਜੀ ਅੰਮ੍ਰਿਤ ਛਕਾ ਰਿਹਾ ਉਹਨੂੰ ਜਾਮੇ ਇਨਸਾਨ ਕਿਹਾ। ਉਹਨੇ ਕਿਹਾ ਕਿ ਜੀ ਇਹ ਅਸੀਂ ਭੇਜਿਆ ਸੀ ਇੰਟੈਲੀਜੈਂਸ ਦੇ ਥੱਲੇ ਔਰ ਫੋਟੋਗ੍ਰਾਫਰ ਨੂੰ 2.5 ਲੱਖ ਰੁਪਈਆ ਦਿੱਤਾ ਸੀ ਅੰਦਰਲੀਆਂ ਫੋਟੋਆਂ ਲੈਣ ਲਈ ਵੀ ਜਦੋਂ ਉਹਨੇ ਉਹ ਸਾਰਾ ਡਰਾਮਾ ਕੀਤਾ। ਔਰ ਉਸ ਤੋਂ ਬਾਅਦ ਜਿਵੇਂ ਅਸੀਂ ਆਪਣੇ ਕਮੈਂਟ 'ਚ ਕਿਹਾ ਸੀ ਵੀ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਸਾਰੀਆਂ ਅਖਬਾਰਾਂ ਦੇ ਵਿੱਚ ਉਹ ਫੋਟੋ ਜਾਮੇ ਇਨਸਾਨ ਵਾਲੀ ਕਿ ਜੀ ਉਹਨੇ ਅੰਮ੍ਰਿਤ ਤਿਆਰ ਕੀਤਾ ਔਰ ਸਭ ਨੇ ਜਾਮ ਪੀਤੇ ਨੇ ਔਰ ਇਨਸਾਨ ਬਣ ਗਏ ਨੇ ਜੀ। ਇਹ ਜਿਹੜਾ ਉਹਨਾਂ ਨੇ ਹੀ ਸਾਰਾ ਅਰੇਂਜ ਕੀਤਾ। ਤਕਰੀਬਨ ਅਜੀਤ ਅਖਬਾਰ ਜਿਹੜੀ ਕਿ ਬੜੀ ਕਲੋਜ਼ ਹੈ ਬਾਦਲ ਦੇ ਜਿਨ੍ਹਾਂ ਦੇ ਐਡੀਟਰ ਜੀ ਉਹਦੇ 'ਚ ਵੀ ਇਹ ਪੂਰਾ ਫੁੱਲ ਪੇਜ ਇਸ਼ਤਿਹਾਰ ਛਪਿਆ ਸੀ। ਸੋ ਅਸੀਂ ਚਾਹਾਂਗੇ ਕਿ ਉਸ ਫੋਟੋ ਨੂੰ ਜ਼ਰਾ ਸਕਰੀਨ ਤੇ ਦਿਖਾਇਆ ਜਾਏ ਜਿਹੜੀ ਕਿ ਉਸ ਵੇਲੇ ਸਾਰੀਆਂ ਅਖਬਾਰਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਦਿਖਾਈ ਗਈ ਸੀ। ਹੁਣ ਇਸ ਫੋਟੋ 'ਚ ਜ਼ਾਹਰ ਹੈ ਕਿ ਇੱਕ ਹਾਲਾਂਕਿ ਕੋਈ 10ਵੇਂ ਪਾਤਸ਼ਾਹ ਦੇ ਵੇਲੇ ਕੈਮਰੇ ਤਾਂ ਨਹੀਂ ਸੀ, ਕੋਈ ਉਹਨਾਂ ਦੀ ਜ਼ਾਹਰਾ ਫੋਟੋ ਤਾਂ ਨਹੀਂ ਹੈ ਜੀ, ਲੇਕਿਨ ਜਿਵੇਂ ਜਿਹੜੇ ਆਰਟਿਸਟ ਨੇ ਉਹਨਾਂ ਨੇ ਕਲਪਿਆ ਔਰ ਉਹਨਾਂ ਦੀ ਬਦੌਲਤ ਉਹਨਾਂ ਫੋਟੋਆਂ ਰਾਹੀਂ ਸਾਡੇ ਵੀ ਜ਼ਿਹਨ 'ਚ 10ਵੇਂ ਪਾਤਸ਼ਾਹ ਦਾ ਇੱਕ ਰੂਪ ਉੱਭਰਦਾ ਹੈ। ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਹੱਥ ਦੇ ਵਿੱਚ ਕਿਰਪਾਨ ਔਰ ਬਾਟੇ ਦਾ ਉਹ ਕਿਵੇਂ ਅੰਮ੍ਰਿਤ ਛਕਾਇਆ ਗਿਆ। ਸੋ ਜੇ ਤੁਸੀਂ ਇਸ ਫੋਟੋ ਨੂੰ ਧਿਆਨ ਦੇ ਨਾਲ ਦੇਖਦੇ ਹੋ ਕਿ ਤੇ ਤੁਹਾਨੂੰ ਬਹੁਤ ਸਾਰੀਆਂ ਸਿਮਿਲੈਰਿਟੀਜ਼ ਲੱਗਦੀਆਂ ਕਿ ਜਿਵੇਂ ਏਜੰਸੀਆਂ ਨੇ ਇਸ ਗੱਲ ਨੂੰ ਹੀ ਮੱਦੇਨਜ਼ਰ ਰੱਖਿਆ। ਉਹਨਾਂ ਨੂੰ ਪਤਾ ਸੀ ਕਿ ਜਦੋਂ ਇਹ ਫੋਟੋਆਂ ਬਾਹਰ ਆਉਣਗੀਆਂ ਤੇ ਸਿੱਖ ਭੜਕਣਗੇ, ਟਕਰਾਅ ਹੋਏਗਾ, ਇਹ ਦੱਬੇ ਜਾਣਗੇ ਔਰ ਇਸ ਤਰੀਕੇ ਨਾਲ ਜੇ ਡਰਦੇ ਵੋਟਾਂ ਸਾਨੂੰ ਪਾਣਗੇ ਤੇ ਜਾਂ ਜਿਹੜੇ ਹੈ ਬਿਲਕੁਲ ਡਰ ਕੇ ਬਹਿ ਜਾਣਗੇ। ਹਾਲਾਂ ਸੰਭਵ ਹੈ ਕਿ ਉਹਨਾਂ ਨੇ ਇੰਨਾ ਜ਼ਿਆਦਾ ਟਕਰਾਅ ਨਾ ਵੀ ਕਲਪਿਆ ਹੋਏ, ਉਹਨੂੰ ਇੱਕ ਸ਼ਾਰਟ ਟਰਮ ਕੀਤਾ ਹੋਏ, ਪਰ ਜੇ 2007 ਦੇ ਵਿੱਚ ਉਸ ਵੇਲੇ ਦਾ ਇੰਟੈਲੀਜੈਂਸ ਦਾ ਚੀਫ ਇਹ ਗੱਲ ਪਬਲਿਕ ਕਾਨਫਰੰਸ ਦੇ ਵਿੱਚ ਕਹਿੰਦਾ ਹੈ, ਪ੍ਰੈਸ ਕਾਨਫਰੰਸ, ਕਿ ਇਹ ਕਾਰਾ ਸੁਖਬੀਰ ਬਾਦਲ ਦਾ ਹੈ, ਫਿਰ ਅਸੀਂ ਸਮਝਦੇ ਹਾਂ ਵੀ ਇਸ ਖਬਰ ਆਈ ਨੂੰ ਵੀ ਹੁਣ 48 ਘੰਟੇ ਹੋ ਚੁੱਕੇ ਨੇ। ਕਿੱਥੇ ਨੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਕਿਸੇ ਨੂੰ ਆਮ ਨੂੰ ਸੱਦਿਆ ਹੁੰਦਾ ਜੀ ਤੂੰ ਕਬਰਾਂ ਤੇ ਪ੍ਰਕਾਸ਼ ਕਰਤਾ, ਤੂੰ ਉੱਥੇ ਜਿਹੜਾ ਜਾ ਕੇ ਦੀਵਾਨ ਲਾਤਾ ਜਾਂ ਉੱਥੇ ਚਲੇ ਗਏ, ਇੱਥੇ ਚਲੇ ਗਏ। ਜੇ ਇਸ ਗੱਲ ਦੀ ਹਕੀਕਤ ਨੂੰ ਮੰਨਿਆ ਜਾਏ ਔਰ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਗੱਲ ਬਿਲਕੁਲ ਠੀਕ ਹੈ, ਸ਼ਸ਼ੀ ਕਾਂਤ ਦਾ ਕੋਈ ਇਹਦੇ 'ਚ ਇੰਟਰਸਟ ਨਹੀਂ ਹੈ। ਇਹ ਠੀਕ ਹੈ ਵੀ ਇਹ ਪੁੱਛਿਆ ਜਾ ਸਕਦਾ ਜੀ ਇਹ ਗੱਲ ਤੁਸੀਂ ਪਹਿਲਾਂ ਕਿਉਂ ਨਹੀਂ ਕੀਤੀ। ਸੋ ਜ਼ਾਹਰ ਹੈ ਹਰ ਚੀਜ਼ ਦੀ ਇੱਕ ਟਾਈਮਿੰਗ ਹੁੰਦੀ ਹੈ ਔਰ ਪੋਲੀਟੀਕਲੀ ਵੀ ਉਹਨਾਂ ਨੇ ਦੇਖਿਆ ਹੋਏਗਾ ਵੀ ਇਹ ਟਾਈਮ ਹੈ ਔਰ ਸ਼ੁਰੂ 'ਚ ਸੰਭਵ ਹੈ ਕਿਉਂਕਿ ਉਹਨਾਂ ਦੀ ਫਰਸਟ੍ਰੇਸ਼ਨ ਇਸ ਲੈਵਲ ਤੱਕ ਆ ਗਈ। ਉਹ ਪਹਿਲਾਂ ਫੋਕਸ ਇਹਦੇ ਤੇ ਨਹੀਂ ਸੀ ਕਰ ਰਹੇ, ਉਹ ਡਰੱਗ ਦੇ ਉੱਤੇ ਕਰ ਰਹੇ ਸੀ ਵੀ ਡਰੱਗ ਮਾਫੀਆ ਕਿਵੇਂ ਹੈ। ਪਰ ਇਹ ਇੰਨਾ ਵੱਡਾ ਗੁਨਾਹ ਹੈ ਕਿ ਇਸ ਦੇ ਲਈ ਤਾਂ ਇਸ ਸਾਰੇ ਟੱਬਰ ਨੂੰ ਜਿਹੜਾ ਹੈ ਉਹ ਸਜ਼ਾ ਯਾਫਤਾ ਕਰਨਾ ਚਾਹੀਦਾ। ਪਰ ਹੁਣ ਤੱਕ ਅਕਾਲ ਤਖਤ ਦੇ ਜਥੇਦਾਰ ਨੂੰ ਜਾਂ ਹੋਰ ਤਖਤਾਂ ਦੇ ਜਥੇਦਾਰ ਜਿਹੜੇ ਅਦਰਵਾਈਜ਼ ਹਰ ਗੱਲ ਦੇ ਉੱਤੇ ਬਿਆਨਬਾਜ਼ੀ ਕਰਦੇ ਨੇ, ਉਹਨਾਂ ਨੇ ਕਿਉਂ ਨਹੀਂ ਕਿਹਾ ਕਿ ਇਸ ਦੇ ਉੱਤੇ 5 ਸਿੰਘ ਸਾਹਿਬਾਨ ਦੀ ਫੌਰਨ ਮੀਟਿੰਗ ਸੱਦੀ ਜਾਏ ਔਰ ਇਸ ਗੱਲ ਦੀ ਪੜਤਾਲ ਕਰਵਾਈ ਜਾਏ
ਕਿ ਵੀ ਇਹ ਸਾਰਾ ਕਰਵਾਉਣ ਵਾਲਾ ਹੀ ਕਾਰਾ ਸੁਖਬੀਰ ਬਾਦਲ ਹੈ ਔਰ ਆਪਣੇ ਨੈਰੋ ਪੋਲੀਟੀਕਲ ਐਂਡਸ ਕਰਕੇ ਇਸ ਕਿਸਮ ਦਾ ਸਿੱਖਾਂ ਦੇ ਘਰ ਦੇ ਵਿੱਚ ਲਿਆ ਕੇ ਲੜਾਈ ਪਾਈ ਗਈ ਹੈ। ਮਾਲਵੇ ਦੇ ਪਿੰਡ-ਪਿੰਡ 'ਚ ਲੜਾਈ ਹੋਈ ਹੈ, ਹੋ ਰਹੀ ਹੈ। 3 ਕੀਮਤੀ ਜਾਨਾਂ ਗਈਆਂ ਨੇ, ਭਾਵੇਂ ਬਲਕਾਰ ਸਿੰਘ ਜਾਮਾ ਰਾਏ ਬੰਬਈ 'ਚ ਮਾਰੇ ਗਏ, ਕਮਲਜੀਤ ਸਿੰਘ ਸੰਗਰੂਰ 'ਚ ਮਾਰੇ ਗਏ, ਇਸ ਤੋਂ ਇਲਾਵਾ ਹਰਮਿੰਦਰ ਸਿੰਘ ਡੱਬਵਾਲੀ ਜਿਹੜੇ ਨੇ ਹਰਿਆਣੇ 'ਚ ਮਾਰੇ ਗਏ। ਇਹਨਾਂ ਸੌਦਾ ਸਾਧ ਦੇ ਖਿਲਾਫ ਪ੍ਰੋਟੈਸਟ ਕਰਦੇ ਹਨ। ਸੋ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ ਹੈ ਕਿ ਵੀ ਇਹ ਬਾਦਲ ਗੱਦਾਰਾਂ ਦਾ ਟੱਬਰ ਹੈ ਔਰ ਇਹ ਏਡਾ ਵੱਡਾ ਗੁਨਾਹ ਹੈ। ਇਹ ਕਿਸੇ ਵੀ ਹੋਰ ਪੋਲੀਟੀਕਲ ਜਿਹੜੀਆਂ ਫੋਲੀਜ਼ ਨੇ, RSS ਨਾਲ ਲੱਗਣਾ ਜਾਂ ਦੂਜਾ, ਉਹ ਤਾਂ ਸਿਆਸੀ ਜਿਹੜੇ ਨੇ ਇਹ ਤਾਂ ਧਾਰਮਿਕ ਤੌਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰੀ ਵਾਲਾ ਜਿਹੜਾ ਹੈ ਉਹ ਰੂਲ ਨੂੰ ਜੇ ਏਜੰਸੀਆਂ ਨੇ ਸੁਖਬੀਰ ਬਾਦਲ ਦੇ ਕਹਿਣ ਦੇ ਉੱਤੇ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਤੇ ਇਸ ਤੋਂ ਵੱਡਾ ਗੁਨਾਹ ਤਾਂ ਕੋਈ ਗੁਨਾਹ ਨਹੀਂ ਹੈ। ਔਰ ਇਹ ਜਿਹੜਾ ਇਸ ਗੱਲ ਦਾ ਨੂੰ ਜੇ ਕੌਮ ਵੀ ਸੁੱਤੀ ਰਹੇਗੀ, ਉਹਨਾਂ ਨੇ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਹੀ ਕਰਨਾ ਹੈ, ਫਿਰ ਤਾਂ ਗੁਰੂ ਹੀ ਰੱਖ ਹੈ। ਪਰ ਮੈਂ ਸਮਝਦਾ ਵੀ ਸ਼ਸ਼ੀ ਕਾਂਤ ਦਾ ਇਹ ਇੰਕਸ਼ਾਫ, ਈਵਨ ਡਰੱਗ ਮਾਫੀਏ ਦੇ ਜਿਹੜੇ ਉਹਨਾਂ ਨੇ ਨਾਂ ਲਏ ਨੇ ਕਿ ਵਿਰਸਾ ਵਲਟੋਆ ਉਹਦੇ 'ਚ ਹੈ, ਉਹ ਰਾਣੀਆਂ ਦਿਲਬਾਗ ਸਿੰਘ ਕੌਣ ਹੈ ਉਹ ਉਹਦੇ 'ਚ ਹੈ, ਜਾਂ ਈਵਨ OP ਸੋਨੀ ਉਹਦੇ 'ਚ ਹੈ, ਜਾਂ ਮਨੋਰੰਜਨ ਕਾਲੀਏ ਦਾ ਮੁੰਡਾ ਜਾਂ ਦੂਜਾ ਉਹਦੇ 'ਚ ਹੈ। ਇਹ ਸਾਰੇ ਜਿਹੜੇ ਨੇ ਇਹ ਤਾਂ ਇੰਕਸ਼ਾਫ ਫਿਰ ਬਹੁਤ ਛੋਟੇ ਰਹਿ ਜਾਂਦੇ ਨੇ। ਇਹ ਬਹੁਤ ਵੱਡਾ ਗੁਨਾਹ ਕੀਤਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਵੀਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।